ਕੱਲ ਦੇ ਦੀਵਾਨਾਂ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਹਿਲੇ ਦੋ ਸ਼ਲੋਕ ਆਪਾਂ ਵਿਚਾਰੇ ਨੇ। ਪਹਿਲਾ ਸ਼ਲੋਕ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਪਹਿਲੇ ਸ਼ਲੋਕ ਦੇ ਅੰਦਰ ਆਪਾਂ ਵਿਚਾਰ ਕੀਤੀ ਕਿ ਆਪਾਂ ਗੋਬਿੰਦ ਦੇ ਪ੍ਰਮਾਤਮਾ ਦੇ ਗੁਣ ਕਿਵੇਂ ਗਾਉਣੇ ਨੇ। ਉਸ ਪ੍ਰਮਾਤਮਾ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਦੇ ਪ੍ਰਤੀ ਆਪਾਂ ਧੰਨਵਾਦੀ ਹੋਣਾ ਏ, ਸ਼ੁਕਰਗੁਜ਼ਾਰ ਹੋਣਾ ਏ ਅਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਹਰ ਸਮੇਂ ਆਪਣੇ ਮਨ ਕਰਕੇ ਕਰਨਾ ਏ। ਫਿਰ ਦੂਜੇ ਸ਼ਲੋਕ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਬਚਨ ਕੀਤੇ, ਵਿਖਿਆਨ ਸਿਓ ਕਾਹੀ ਰਚਿਓ ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ। ਜਮਾਂ ਦੀ ਫਾਹੀ ਤੋਂ ਕਿਵੇਂ ਬਚਣਾ ਏ, ਇਸ ਗੱਲ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦੂਜੇ ਸ਼ਲੋਕ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ। ਅਤੇ ਆਪਾਂ ਵਿਚਾਰ ਕੀਤੀ ਜਮ ਕਿਹੜੇ ਨੇ। ਜਮ ਉਹ ਨਹੀਂ ਜੋ ਆਪਾਂ ਕਹਾਣੀਆਂ ਦੇ ਵਿੱਚ ਸੁਣਦੇ ਆ ਕਿ ਮਰਨ ਤੋਂ ਬਾਅਦ ਜਮ ਲੋਕ ਤੋਂ ਕੋਈ ਆਉਂਦੇ ਨੇ, ਰੂਹ ਕੱਢ ਕੇ ਲੈ ਜਾਂਦੇ ਨੇ, ਫਿਰ ਉੱਪਰ ਜਮ ਲੋਕ ਦੇ ਵਿੱਚ ਸਦਾਵਾਂ ਹੁੰਦੀਆਂ ਨੇ। ਇਸ ਤਰ੍ਹਾਂ ਦੀਆਂ ਕਹਾਣੀਆਂ ਗੁਰੂ ਪਾਤਸ਼ਾਹ ਜੀ ਨੇ ਰੱਦ ਕੀਤੀਆਂ ਨੇ। ਇਹ ਗੱਲ ਸਮਝਾਈ ਹੈ ਕਿ ਭਲਿਆ ਤੂੰ ਆਪਣੇ ਜਿਉਂਦੇ ਜੀ ਜੋ ਜਮਾਂ ਦੇ ਵਸ ਪਿਆ ਹੋਇਆ ਏ, ਉਹਨਾਂ ਜਮਾਂ ਵੱਲ ਧਿਆਨ ਦੇ ਜਿਨ੍ਹਾਂ ਤੋਂ ਤੂੰ ਜਿਉਂਦੇ ਜੀ ਮੁਕਤ ਹੋਣਾ ਏ ਗੁਰੂ ਦੇ ਸ਼ਬਦ ਦੁਆਰਾ। ਆਪਣੇ ਮਨ ਦੇ ਵਧੇ ਹੋਏ ਕ੍ਰੋਧ ਤੋਂ, ਕਾਮ ਵਾਸ਼ਨਾ ਤੋਂ, ਲੋਭ ਤੋਂ, ਮਨ ਦੀ ਈਰਖਾ, ਚੁਗਲੀ, ਨਿੰਦਿਆ ਵਾਲੀ ਭੈੜੀ ਬਿਰਤੀ ਤੋਂ, ਇਹਨਾਂ ਜਮਾਂ ਤੋਂ ਤੂੰ ਜਿਉਂਦੇ ਜੀ ਮੁਕਤ ਹੋਣਾ ਏ। ਇਹ ਭੈੜੀ ਮੱਤ ਰੂਪੀ ਜਮ ਤੇਰੇ ਅੰਦਰ ਜੋ ਬੈਠੀ ਹੋਈ ਹੈ, ਇਸ ਨੂੰ ਖਤਮ ਕਰਕੇ ਤੂੰ ਗੁਰੂ ਦੀ ਮੱਤ ਦਾ ਪ੍ਰਕਾਸ਼ ਆਪਣੇ ਹਿਰਦੇ ਅੰਦਰ ਕਰਨਾ ਹੈ। ਫਿਰ ਤੈਨੂੰ ਜਮਾਂ ਦੀ ਫਾਹੀ ਨਹੀਂ ਪਏਗੀ। ਫਿਰ ਤੀਜੇ ਸ਼ਲੋਕ ਦੇ ਅੰਦਰ ਅੱਜ ਆਪਾਂ ਪਾਵਨ ਬਚਨ ਸਰਵਣ ਕੀਤੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਤਰ ਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਆਮ ਕਰਕੇ ਇਨਸਾਨ ਕਹਿੰਦਾ ਹੈ ਕਿ ਜ਼ਿੰਦਗੀ ਬੜੀ ਛੋਟੀ ਹੈ, ਪਰ ਜ਼ਿੰਦਗੀ ਛੋਟੀ ਸਮਝਣ ਦਾ, ਮਹਿਸੂਸ ਹੋਣ ਦਾ ਕਾਰਨ ਕੀ ਹੈ, ਇਸ ਗੱਲ ਵੱਲ ਕਦੀ ਇਨਸਾਨ ਨੇ ਧਿਆਨ ਹੀ ਨਹੀਂ ਦਿੱਤਾ ਹੈ। ਭਲਿਆ ਅਸਲ ਦੇ ਵਿੱਚ ਜ਼ਿੰਦਗੀ ਛੋਟੀ ਨਹੀਂ ਹੈ, ਤੂੰ ਜ਼ਿੰਦਗੀ ਨੂੰ ਖੁਦ ਛੋਟੀ ਬਣਾ ਦਿੱਤਾ ਹੈ, ਕਿਉਂਕਿ ਤੂੰ ਆਪਣਾ ਸਮਾਂ, ਟਾਈਮ ਜਿਹੜਾ ਏ ਉਹ ਵਿਅਰਥ ਦੇ ਕੰਮਾਂ ਦੇ ਵਿੱਚ ਬਰਬਾਦ ਕੀਤਾ ਏ। ਜੋ ਤੈਨੂੰ ਕਰਨਾ ਚਾਹੀਦਾ ਸੀ ਉਹ ਕਾਰਜ, ਉਹ ਉਦਮ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਕੀਤਾ ਹੀ ਨਹੀਂ ਹੈ। ਜਦੋਂ ਸਮਾਂ ਬੀਤਿਆ, ਬਚਪਨ ਬੀਤ ਗਿਆ, ਤੂੰ ਜਵਾਨੀ ਦੇ ਵਿੱਚ ਪੈਰ ਧਰਿਆ, ਬਚਪਨ ਦੀਆਂ ਯਾਦਾਂ ਤੂੰ ਚਿੱਤ ਦੇ ਅੰਦਰ ਸਾਂਭ ਲਈਆਂ ਕਿ ਮੈਂ ਬਚਪਨ ਦੇ ਵਿੱਚ ਇਹ ਖੇਡਾਂ ਖੇਡੀਆਂ ਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਭੈਣ ਭਰਾਵਾਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ। ਬਚਪਨ ਦੀਆਂ ਯਾਦਾਂ ਤੈਨੂੰ ਬੜੀਆਂ ਮਿੱਠੀਆਂ ਲੱਗਦੀਆਂ ਨੇ। ਜਵਾਨੀ ਦਾ ਵੀ ਬਹੁਤਾ ਸਮਾਂ ਤੂੰ ਬਚਪਨ ਦੀਆਂ ਯਾਦਾਂ ਨੂੰ ਹੀ ਯਾਦ ਕਰਦਾ ਏ, ਪਰ ਬਚਪਨ ਦਾ ਸਮਾਂ ਤਾਂ ਭਲਿਆ ਬੇਪਰਵਾਹੀ ਦੇ ਵਿੱਚ ਲੰਘ ਗਿਆ। ਸੋਝੀ ਨਹੀਂ ਹੈ, ਬੱਚਾ ਆਪਣੀਆਂ ਖੇਡਾਂ ਦੇ ਵਿੱਚ ਮਸਤ ਹੈ। ਸਮਾਂ ਜਵਾਨੀ ਦਾ ਆਇਆ ਏ, ਪਰ ਹੁਣ ਇੱਥੇ ਪਾਤਸ਼ਾਹ ਜੀ ਨੇ ਫਿਰ ਜਵਾਨੀ ਦੇ ਸਮੇਂ ਦੀ ਗੱਲ ਕੀਤੀ ਹੈ। ਤਰ ਨਾਪੋ ਇਉਂ ਹੀ ਗਇਓ। ਤਰ ਨਾਪੋ ਦਾ ਅਰਥ ਹੈ ਜਵਾਨੀ ਦੀ ਅਵਸਥਾ। ਜਿਵੇਂ ਤੇਰਾ ਬਚਪਨ ਲੰਘ ਗਿਆ, ਤੈਨੂੰ ਸੋਝੀ ਨਾ ਆਈ, ਜਵਾਨੀ ਦਾ ਸਮਾਂ ਵੀ ਉਸੇ ਪ੍ਰਕਾਰ ਖੇਡਾਂ ਦੇ ਵਿੱਚ ਲੰਘ ਰਿਹਾ ਏ, ਮੌਜ ਮਸਤੀਆਂ ਦੇ ਵਿੱਚ ਲੰਘ ਰਿਹਾ ਏ, ਲਾਪਰਵਾਹੀ ਦੇ ਨਾਲ ਬਤੀਤ ਕਰ ਰਿਹਾ ਏ। ਪਰ ਇੱਕ ਗੱਲ ਭਲਿਆ ਚੇਤੇ ਰੱਖ, ਇਸ ਸਮੇਂ ਦੀ ਨਦੀ ਜਿਹੜੀ ਹੈ ਇਹ ਵਹਿ ਰਹੀ ਹੈ, ਕਦੀ ਰੁਕੇਗੀ ਨਹੀਂ। ਪਰ ਇਸ ਸਮੇਂ ਦੀ ਨਦੀ ਦਾ ਪਾਣੀ ਜਿਹੜਾ ਇੱਕ ਵਾਰੀ ਲੰਘ ਗਿਆ, ਦੁਬਾਰਾ ਇਹ ਵਾਪਸ ਨਹੀਂ ਆਏਗਾ। ਇਹ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਹੈ। ਸਮਾਂ ਜ਼ਿੰਦਗੀ ਦੀ ਸਭ ਤੋਂ ਕੀਮਤੀ ਵਸਤੂ ਹੈ, ਪਰ ਸਮੇਂ ਨੂੰ ਅੱਜ ਤੱਕ ਕੋਈ ਰੋਕ ਨਹੀਂ ਸਕਿਆ ਏ।
ਗੁਰੂ ਪਾਤਸ਼ਾਹ ਜੀ ਨੇ ਫਿਰ ਇਨਸਾਨ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ, ਸੁਚੇਤ ਕੀਤਾ ਹੈ, ਭਲਿਆ ਹੋਸ਼ ਦੇ ਵਿੱਚ ਆ। The time never stops for anyone। ਇਹ ਕਦੇ ਨਹੀਂ ਰੁਕੇਗਾ ਅਤੇ ਨਾ ਇਸ ਸਮੇਂ ਨੂੰ ਕੋਈ ਰੋਕ ਸਕਦਾ ਏ। ਹੁਣ ਭਾਈ ਵੀਰ ਸਿੰਘ ਜੀ ਨੇ ਫਿਰ ਇਸ ਸਮੇਂ ਦੇ ਵਹਿੰਦੇ ਹੋਏ ਰੁੱਖ ਨੂੰ ਜਦੋਂ ਦੇਖਿਆ, ਮਹਿਸੂਸ ਕੀਤਾ, ਆਪਣਾ ਦੁੱਖ ਸਾਰਿਆਂ ਦੇ ਨਾਲ ਸਾਂਝਾ ਕੀਤਾ ਕਿ ਮੈਂ ਸਮੇਂ ਨੂੰ ਬੜੇ ਤਰੀਕਿਆਂ ਦੇ ਨਾਲ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਹੀਲਾ ਵਸੀਲਾ ਕੰਮ ਨਾ ਆ ਸਕਿਆ। ਫਿਰ ਅੰਤ ਨੂੰ ਮਨ ਨੂੰ ਇਹ ਗੱਲ ਸਮਝਾਉਣੀ ਪਈ। ਇਹ ਸਾਰੀ ਗੱਲਬਾਤ ਕਾਵਿ ਰੂਪ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਬੜੀ ਸੁੰਦਰਤਾ ਦੇ ਨਾਲ ਸਾਨੂੰ ਸਮਝਾਉਣ ਦੇ ਲਈ ਪੇਸ਼ ਕੀਤੀ ਹੈ। ਮੈਂ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਕੋਈ ਸਮੇਂ ਨੂੰ ਰੋਕ ਨਾ ਸਕਿਆ। ਬੜੇ ਬੜੇ ਬਲਵਾਨ ਯੋਧੇ, ਰਾਜੇ, ਬਹਾਦਰ ਜਰਨੈਲ ਦੁਨੀਆ ਤੇ ਹੋਏ, ਪਰ ਇੰਨੀ ਤਾਕਤ ਕਿਸੇ ਵਿੱਚ ਨਾ ਪਈ ਕਿ ਕੋਈ ਸਮੇਂ ਨੂੰ ਰੋਕ ਸਕੇ। ਸਮਾਂ ਇੰਨਾ ਬਲਵਾਨ ਹੈ ਜੋ ਵੱਡੇ ਵੱਡੇ ਬਲਵਾਨ ਯੋਧਿਆਂ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦਿੰਦਾ ਏ। ਭਲਿਆ ਜੋ ਸਮੇਂ ਨੂੰ ਬਰਬਾਦ ਕਰੇਗਾ, ਚੇਤੇ ਰੱਖ ਸਮਾਂ ਤੈਨੂੰ ਬਰਬਾਦ ਕਰ ਦੇਵੇਗਾ, ਪਰ ਜੇ ਤੂੰ ਸਮੇਂ ਨੂੰ ਸੰਭਾਲ ਲਵੇਂ, ਤੂੰ ਆਪਣੇ ਆਪ ਨੂੰ ਸਫਲ ਕਰਨਾ ਚਾਹੁੰਦਾ ਏ, ਫਿਰ ਤੂੰ ਇੱਕ ਗੱਲ ਹਮੇਸ਼ਾ ਆਪਣੇ ਅੰਦਰ ਧਿਆਨ ਦੇ ਵਿੱਚ ਯਾਦ ਰੱਖ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਗੱਲ ਹਮੇਸ਼ਾ ਯਾਦ ਰੱਖ। ਤਰਨ ਨਾਪੋ ਇਉਂ ਹੀ ਗਇਓ। ਬੜਾ ਮਾਣ ਹੈ ਤੈਨੂੰ ਆਪਣੀ ਜਵਾਨੀ ਤੇ, ਸਰੀਰ ਦੀ ਤਾਕਤ ਤੇ, ਆਪਣੇ ਦਿਮਾਗ ਦੀਆਂ ਚਤੁਰਾਈਆਂ ਸਿਆਣਪਾਂ ਤੇ, ਪਰ ਇਹ ਜਵਾਨੀ ਦਾ ਸਮਾਂ, ਇਹ ਤਾਕਤ ਇਸੇ ਤਰ੍ਹਾਂ ਭਲਿਆ ਕਾਇਮ ਨਹੀਂ ਰਹੇਗੀ। ਇਹ ਸੁਪਨੇ ਵਰਗੀ ਜਿਹੜੀ ਤੂੰ ਆਪਣੇ ਅੰਦਰ ਅਵਸਥਾ ਬਣਾ ਕੇ ਬੈਠਾ ਏ, ਸੁਪਨੇ ਦੇ ਵਿੱਚੋਂ ਬਾਹਰ ਆ ਕੇ ਹਕੀਕਤ ਦੀ ਪਛਾਣ ਕਰ। ਇਹ ਜਵਾਨੀ ਦਾ ਸਮਾਂ ਵੀ ਨਿਕਲ ਰਿਹਾ ਏ ਪਲ ਪਲ ਕਰਕੇ। ਲਿਓ ਜ਼ਰਾ ਤਨ ਜੀਤ, ਇਸ ਸਰੀਰ ਨੂੰ ਸਮਾਂ ਜਿੱਤ ਲਏਗਾ। ਬੁਢੇਪੇ ਦੇ ਰੂਪ ਦੇ ਵਿੱਚ ਜਵਾਨੀ ਬਦਲ ਜਾਏਗੀ। ਇਹ ਕੇਸ ਜਿਹੜੇ ਕਾਲੇ ਨੇ, ਇਹਨਾਂ ਦਾ ਰੰਗ ਵੀ ਸਫੇਦ ਹੋ ਜਾਏਗਾ। ਭਲਿਆ ਆਪਣੇ ਕੇਸਾਂ ਦੇ ਸਫੇਦ ਹੋਣ ਤੋਂ ਪਹਿਲਾਂ ਤੂੰ ਆਪਣੇ ਮਨ ਨੂੰ ਸਫੇਦ ਕਰ ਲੈ, ਚਿੱਟਾ ਕਰ ਲੈ, ਸ਼ੁੱਧ ਕਰ ਲੈ। ਤਰ ਨਾਪੋ ਇਉਂ ਹੀ ਗਇਓ, ਲਿਓ ਜ਼ਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ, ਅਹੁਦ ਜਾਤ ਹੈ ਬੀਤ। ਅਹੁਦ ਭਾਵ ਉਮਰ, ਜਾਤ ਹੈ ਬੀਤ, ਬੀਤਦੀ ਜਾ ਰਹੀ ਹੈ। ਧਿਆਨ ਦੇ ਹੋਸ਼ ਕਰ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧ ਹੈ ਨਿਤ ਪਾਰਚ। ਤੂੰ ਕਿਹੜੀਆਂ ਚੀਜ਼ਾਂ ਦੇ ਨਾਲ ਅਟੈਚ ਹੋ ਕੇ ਬੈਠਾ ਹੈ? ਤੇਰੇ ਮਨ ਦੇ ਜਿਹੜੇ ਵਿਚਾਰ ਨੇ, ਥਾਟਸ ਨੇ, ਬਹੁਤਾਤ ਵਿੱਚ ਉਹ ਵਿਅਰਥ ਨੇ, ਯੂਜ਼ਲੈਸ ਨੇ, ਜਿਨ੍ਹਾਂ ਦਾ ਤੈਨੂੰ ਕੋਈ ਲਾਭ ਨਹੀਂ ਹੈ, ਬੈਨੀਫਿਟ ਨਹੀਂ ਹੈ, ਪਰ ਫਿਰ ਵੀ ਮਨ ਦੇ ਚਸਕੇ, ਮਨ ਦੇ ਰਸ ਮਨ ਨੂੰ ਵਾਰ-ਵਾਰ ਖਿੱਚ ਪਾ ਰਹੇ ਨੇ ਕਿ ਭਲਿਆ ਭੋਗ ਲੈ ਜਿੰਨੇ ਭੋਗਦਾ ਏ ਸੁੱਖ ਦੁਨੀਆ ਦੇ। ਪਰ ਅੰਤ ਨੂੰ ਹਾਲਤ ਕੀ ਹੋਣੀ ਹੈ? ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਮਝਾ ਰਹੇ ਨੇ, ਬਿਰਦ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ, ਕਿਉਂ ਨ ਭਜੈ ਭਗਵਾਨ। ਮਨ ਕਰਕੇ ਮਹਿਸੂਸ ਕਰੀਏ,
ਫੀਲ ਕਰੀਏ ਇਹਨਾਂ ਬੋਲਾਂ ਨੂੰ। ਇਹ ਸਾਰਾ ਕੁਝ ਸਾਡੇ ਨਾਲ ਵਾਪਰ ਰਿਹਾ ਹੈ, ਇਹ ਰਿਐਲਿਟੀ ਹੈ। ਸਾਡਾ ਜੀਵਨ ਇੱਕ ਕਹਾਣੀ ਹੈ, ਇੱਕ ਸਟੋਰੀ ਹੈ, ਅਤੇ ਇਸ ਦਾ ਇੱਕ ਸ਼ੁਰੂਆਤੀ ਸਮਾਂ ਵੀ ਹੈ, ਸਟਾਰਟਿੰਗ ਪੁਆਇੰਟ ਵੀ ਹੈ। ਜੇ ਆਪਾਂ ਆਪਣੀ ਸਾਰੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਲਿਖਣ ਦੀ ਕੋਸ਼ਿਸ਼ ਕਰੀਏ, ਇੱਕ ਕਿਤਾਬ ਬਣ ਜਾਏਗੀ। ਸਾਨੂੰ ਫਿਰ ਸਾਡੇ ਜੀਵਨ ਦੀ ਸਾਰੀ ਤਸਵੀਰ, ਇਮੇਜ ਇੱਕ ਫਿਲਮ ਦੀ ਨਿਆਈ ਚੱਲਣ ਲੱਗ ਪਵੇਗੀ ਸਾਡੀਆਂ ਅੱਖਾਂ ਅੱਗੇ। ਅਸੀਂ ਕਿੱਥੋਂ ਤੁਰੇ ਆ, ਕਿੱਥੇ ਪਹੁੰਚੇ ਆ, ਅੱਜ ਤੋਂ 5 ਸਾਲ 10 ਸਾਲ ਪਹਿਲਾਂ ਕਿੱਥੇ ਸੀ, ਅੱਜ ਕਿੱਥੇ ਖੜੇ ਆ। ਸਾਨੂੰ ਆਪਣੇ ਆਪ ਬਾਰੇ ਇਹ ਵਿਚਾਰ ਕਰਨੀ ਚਾਹੀਦੀ ਹੈ। ਹੁਣ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਸਮਾਂ ਬਚਪਨ ਤੋਂ ਜਵਾਨੀ ਤੱਕ ਪਹੁੰਚਿਆ, ਜਵਾਨੀ ਤੋਂ ਵਡੇਪੇ ਤੱਕ ਪਹੁੰਚਿਆ। ਸਮਾਂ ਬਦਲਿਆ, ਉਮਰ ਬਦਲੀ, ਜ਼ਿੰਦਗੀ ਦੇ ਹਾਲਾਤ ਬਦਲੇ, ਸਰੀਰ ਦਾ ਰੰਗ ਬਦਲ ਗਿਆ, ਰੂਪ ਬਦਲ ਗਿਆ। ਪਰ ਧਿਆਨ ਦੇ, ਤੇਰਾ ਮਨ ਬਦਲਿਆ ਹੈ ਜਾਂ ਨਹੀਂ ਅਜੇ ਤੱਕ? ਕਿਤੇ ਤੂੰ ਮਨ ਕਰਕੇ, ਸੋਚ ਕਰਕੇ, ਨੀਅਤ ਕਰਕੇ ਉੱਥੇ ਹੀ ਤਾਂ ਨਹੀਂ ਖੜਾ ਹੈ। ਕਿਤੇ ਮਨ ਦੇ ਭੈੜੇ ਵਿਚਾਰ, ਜਿਹੜੇ ਔਗਣ ਨੇ, ਵਾਇਸਸ ਨੇ, ਜਿਹੜੀ ਤੇਰੇ ਅੰਦਰ ਦੀ ਈਵਲ ਮਾਈਂਡਡਨੈਸ ਹੈ, ਤੂੰ ਉਸ ਤੋਂ ਸੈਪਰੇਟ ਹੋਇਆ ਹੈ ਜਾਂ ਨਹੀਂ, ਡਿਟੈਚ ਹੋਇਆ ਹੈ ਜਾਂ ਨਹੀਂ? ਇਸ ਗੱਲ ਨੂੰ ਆਪਣੇ ਅੰਦਰ ਧਾਰਨ ਕਰ। ਇਹ ਸ਼ਬਦ ਸਿਰਫ ਮੰਤਰ ਜਾਪ ਕਰਨ ਦੇ ਲਈ ਨਹੀਂ ਹੈ, ਇਹ ਤੈਨੂੰ ਤੇਰੇ ਆਪਣੇ ਆਪ ਦੀ ਹੋਸ਼ ਦੇ ਨਾਲ, ਆਪਣੇ ਅੰਤਰ ਆਤਮੇ, ਤੇਰੇ ਮਨ ਦੀ ਅਵਸਥਾ ਦੀ ਗੱਲ ਪਾਤਸ਼ਾਹ ਜੀ ਸਮਝਾਉਣ ਦੇ ਲਈ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਬਿਰਧ ਭਇਓ ਸੂਝੈ ਨਹੀਂ। ਬਿਰਧ ਦੇ ਅੰਦਰ, ਵਡੇਪੇ ਦੇ ਅੰਦਰ ਤੇਰੇ ਸਰੀਰ ਦੀ ਹਾਲਤ ਹੁਣ ਕੀ ਬਣ ਗਈ ਹੈ? ਬਾਣੀ ਦੇ ਅੰਦਰ ਸਾਰਾ ਕੁਝ ਬਿਆਨ ਕਰਦੇ ਨੇ ਪਾਤਸ਼ਾਹ ਜੀ। ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕੀ ਕਰੇਗਾ ਜਦੋਂ ਅੱਖਾਂ ਦੇ ਕੋਲ ਦੇਖਣ ਦੀ ਤਾਕਤ ਨਾ ਰਹੀ? ਅੱਖਾਂ ਦੇ ਵਿੱਚੋਂ ਹੁਣ ਪਾਣੀ ਵਗਣਾ ਸ਼ੁਰੂ ਹੋ ਗਿਆ ਹੈ। ਨੈਣੋ ਨੀਰ ਬਹਿ ਤਨ ਖੀਨਾ, ਸਰੀਰ ਦੀ ਤਾਕਤ ਖਤਮ ਹੈ। ਹੁਣ ਤੇ ਪੈਰਾਂ ਦੇ ਕੋਲੋਂ ਚੱਲਣ ਦੀ ਸਮਰੱਥਾ ਵੀ ਨਹੀਂ ਹੈ। ਦੋ ਬੰਦੇ ਪਕੜ ਕੇ ਦੋਹਾਂ ਸਾਈਡਾਂ ਤੋਂ ਬਿਠਾਉਂਦੇ ਨੇ, ਉਠਾਉਂਦੇ ਨੇ। ਹੁਣ ਤੇ ਗੁਰੂ ਘਰ ਤੱਕ ਵੀ ਜੇ ਇਨਸਾਨ ਨੇ ਆਉਣਾ ਹੈ ਤਾਂ ਦੂਜਿਆਂ ਨੂੰ ਆਵਾਜ਼ਾਂ ਮਾਰਦਾ ਹੈ ਕਿ ਕੋਈ ਮੈਨੂੰ ਉੱਥੋਂ ਤੱਕ ਛੱਡ ਆਵੇ, ਕਿਉਂਕਿ ਲੱਤਾਂ ਦੇ ਕੋਲੋਂ ਚੱਲਣ ਦੀ ਸਮਰੱਥਾ, ਤਾਕਤ ਨਹੀਂ ਰਹੀ ਹੈ। ਸਰੀਰ ਦੇ ਕੇਸ ਚਿੱਟੇ ਹੋ ਗਏ ਨੇ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਕੰਠ ਜਿਹਦੇ ਨਾਲ ਤੂੰ ਬੜੇ ਬੋਲ ਬੋਲਦਾ ਏ, ਬੜੀਆਂ ਆਵਾਜ਼ਾਂ ਕੱਢਦਾ ਏ, ਉਹ ਕੰਠ ਵੀ ਇੰਨਾ ਤਾਕਤਹੀਨ ਹੋ ਗਿਆ ਏ, ਕਮਜ਼ੋਰ ਹੋ ਗਿਆ ਏ। ਉਸ ਕੰਠ ਦੇ ਵਿੱਚੋਂ ਵੀ ਆਵਾਜ਼ ਨਹੀਂ ਨਿਕਲਦੀ ਹੈ। ਕੋਲ ਬੈਠਾ ਬੰਦਾ ਵੀ ਤੇਰੀ ਆਵਾਜ਼ ਨੂੰ ਸੁਣ ਨਹੀਂ ਸਕਦਾ ਏ, ਸਰੀਰ ਇੰਨਾ ਕਮਜ਼ੋਰ ਹੈ। ਭਲਿਆ ਇਹ ਬੁਢੇਪੇ ਦੀ ਅਵਸਥਾ ਦਾ ਜ਼ਿਕਰ ਪੜ੍ਹ ਕੇ ਤੇਰੇ ਮਨ ਨੂੰ ਚੋਟ ਵੱਜਣੀ ਚਾਹੀਦੀ ਹੈ ਕਿ ਹੁਣ ਜੇ ਸਮਾਂ ਮੇਰੇ ਕੋਲ ਹੈ, ਮੈਂ ਆਪਣਾ ਸਮਾਂ, ਟਾਈਮ ਵੇਸਟ ਨਾ ਕਰਾਂ। ਜ਼ਿੰਦਗੀ ਛੋਟੀ ਤੈਨੂੰ ਤਾਂ ਲੱਗਦੀ ਹੈ ਕਿਉਂਕਿ ਭਲਿਆ ਤੂੰ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਬਰਬਾਦ ਕਰ ਰਿਹਾ ਹੈ, ਵੇਸਟ ਕਰ ਰਿਹਾ ਹੈ। ਜੇ ਤੂੰ ਆਪਣੇ ਸਮੇਂ ਨੂੰ ਸੰਭਾਲ ਲਵੇਂ, ਵਰਤਣਾ ਸ਼ੁਰੂ ਕਰ ਦੇਵੇਂ, ਹਰੇਕ ਸਮੇਂ ਸੁਚੇਤ ਹੋ ਕੇ ਆਪਣੀ ਜ਼ਿੰਦਗੀ ਦੇ ਕਾਰਜ ਸਵਾਰਨੇ ਸ਼ੁਰੂ ਕਰ ਦੇਵੇਂ, ਤਾਂ ਜ਼ਿੰਦਗੀ ਤੈਨੂੰ ਬਹੁਤ ਵੱਡੀ ਲੱਗਣ ਲੱਗ ਪਏਗੀ। ਬਹੁਤ ਕੁਝ ਕਰ ਸਕਦਾ ਏ ਆਪਣੀ ਇਸ ਜ਼ਿੰਦਗੀ ਦੇ ਸਮੇਂ ਅੰਦਰ। ਬਿਰਧ ਭਇਓ ਸੂਝੈ ਨਹੀਂ, ਸੂਝੈ ਨਹੀਂ ਭਾਵ ਸਮਝ ਨਹੀਂ ਆਈ ਹੈ।
ਪਤਾ ਨਹੀਂ ਲੱਗਾ ਏ ਮੈਂ ਕਰਨਾ ਕੀ ਸੀ। ਜੋ ਕਰਨਾ ਸੀ ਉਹ ਯਾਦ ਹੀ ਨਹੀਂ ਹੈ, ਸੁਰਤ ਦੇ ਅੰਦਰ ਧਿਆਨ ਹੀ ਨਹੀਂ ਹੈ। ਕਾਲ ਪਹੁੰਚਿਓ ਆਦ, ਸਮਾਂ ਆ ਗਿਆ ਮੌਤ ਦਾ, ਅੰਤ ਸਮਾਂ ਨੇੜੇ ਆ ਗਿਆ ਏ। ਹੁਣ ਇਨਸਾਨ ਤੜਫ ਰਿਹਾ ਏ, ਪਛਤਾਵਾ ਕਰ ਰਿਹਾ ਏ, ਹੁਣ ਰੀਗਰੈਟ ਫੀਲ ਕਰ ਰਿਹਾ ਏ ਕਿ ਮੈਂ ਕੀਤਾ ਕੁਝ ਨਹੀਂ ਹੈ, ਬਹੁਤ ਕੁਝ ਕਰ ਸਕਦਾ ਸੀ ਪਰ ਹੁਣ ਸਮਾਂ ਹੱਥੋਂ ਨਿਕਲ ਗਿਆ ਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਫਿਰ ਸੁਚੇਤ ਕਰਦੇ ਨੇ, ਕਹੋ ਨਾਨਕ ਭਜ ਹਰਮ ਨਾਲ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਬਾਵਰੇ ਮਨ ਕਰਕੇ ਜਿਸ ਦਾ ਦਿਮਾਗ ਟਿਕਾਣੇ ਤੇ ਨਹੀਂ ਹੈ, ਬਾਵਰੇ ਭਾਵ ਬੋਰਾਇਆ ਹੋਇਆ, ਜੋ ਸੁਣਦਾ ਵੀ ਹੈ ਬੋਲਦਾ ਵੀ ਹੈ ਪਰ ਪਤਾ ਨਹੀਂ ਹੈ ਕੀ ਸੁਣ ਰਿਹਾ ਹੈ, ਕੀ ਬੋਲ ਰਿਹਾ ਹੈ, ਵੇਖ ਰਿਹਾ ਹੈ ਪਰ ਪਤਾ ਨਹੀਂ ਹੈ ਕੀ ਵੇਖਣਾ ਹੈ ਅਤੇ ਕੀ ਉਹ ਵੇਖ ਰਿਹਾ ਹੈ। ਵੇਖਦਿਆਂ ਹੋਇਆਂ, ਸੁਣਦਿਆਂ ਹੋਇਆਂ, ਬੋਲਦਿਆਂ ਹੋਇਆਂ ਵੀ ਜਦੋਂ ਇਨਸਾਨ ਨੂੰ ਕੁਝ ਸਮਝ ਨਹੀਂ ਆਉਂਦੀ ਹੈ ਫਿਰ ਉਸ ਇਨਸਾਨ ਨੂੰ ਕਹਿੰਦੇ ਨੇ ਬੌਰਾ ਏ। ਸੁਣਦਾ ਏ ਪਰ ਸਮਝ ਨਹੀਂ ਆ ਰਹੀ ਕਿ ਕੀ ਕੋਈ ਬੋਲ ਰਿਹਾ ਹੈ। ਇਹ ਬੋਲ ਵੀ ਰਿਹਾ ਏ ਪਰ ਇਸ ਨੂੰ ਬੋਲਣ ਦੀ ਸਮਝ ਨਹੀਂ ਹੈ। ਵੱਡਿਆਂ ਨੂੰ ਕੀ ਬੋਲਣਾ ਏ, ਛੋਟਿਆਂ ਨੂੰ ਕੀ ਬੋਲਣਾ ਏ, ਆਪਣੇ ਮਾਂ ਪਿਓ ਦੇ ਨਾਲ ਕਿਵੇਂ ਗੱਲ ਕਰਨੀ ਹੈ, ਇਹ ਤਾਂ ਬੌਰਾ ਏ। ਭਾਵ ਜਿਸ ਦੀ ਹੋਸ਼ ਟਿਕਾਣੇ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਭਲਿਆ ਤੇਰੀ ਹੋਸ਼ ਟਿਕਾਣੇ ਕਿਉਂ ਨਹੀਂ ਆ ਰਹੀ ਹੈ। ਹੇ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ, ਤੂੰ ਅਜੇ ਵੀ ਉਸ ਭਗਵਾਨ ਨੂੰ ਯਾਦ ਕਿਉਂ ਨਹੀਂ ਕਰਦਾ ਏ। ਯਾਦ ਕਰ ਉਸ ਦਾਤਾਰ ਨੂੰ ਜਿਨ੍ਹੇ ਤੈਨੂੰ ਇਹ ਸੋਹਣਾ ਸਰੀਰ ਬਖਸ਼ਿਸ਼ ਕੀਤਾ ਏ, ਇਹ ਸੁੰਦਰ ਜ਼ਿੰਦਗੀ ਤੈਨੂੰ ਬਖਸ਼ਿਸ਼ ਕੀਤੀ ਹੈ। ਉਸ ਨੂੰ ਕਦੀ ਵੀ ਭੁਲਾ ਕੇ ਗਲਤ ਮਾਰਗ ਤੇ ਪੈਰ ਨਾ ਰੱਖ। ਉਸ ਦਾਤਾਰ ਨੂੰ ਯਾਦ ਕਰਕੇ, ਮਨ ਕਰਕੇ ਸ਼ੁੱਧ ਹੋ ਕੇ ਆਪਣੇ ਆਪ ਨੂੰ ਸਵਾਰ ਕੇ ਉਸ ਪਰਮਾਤਮਾ ਦੇ ਵਿੱਚ ਤੂੰ ਮਿਲ ਜਾਣਾ ਏ। ਆਪਣੀ ਹਉਮੈ ਵਾਲੀ ਹਸਤੀ ਨੂੰ ਖਤਮ ਕਰ ਦੇਣਾ ਏ। ਆਪ ਸਵਾਰ ਹੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਸਾਰਾ ਸੰਸਾਰ, ਸਾਰੀ ਦੁਨੀਆ ਤੇਰੀ ਹੋ ਜਾਏਗੀ ਜੇ ਤੂੰ ਆਪਣੇ ਹਿਰਦੇ ਨੂੰ ਸਵਾਰ ਕੇ ਉਸ ਪਰਮਾਤਮਾ ਨੂੰ ਆਪਣਾ ਬਣਾ ਲਵੇਂ। ਸੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਦੋ ਪਾਵਨ ਸ਼ਲੋਕ ਆਪਾਂ ਸੁਰਤ ਕਰਕੇ ਦੁਬਾਰਾ ਉਚਾਰਨ ਕਰੀਏ ਆਪਣੀ ਰਸਨਾ ਦੇ ਨਾਲ ਅਤੇ ਇਹਨਾਂ ਪਾਵਨ ਬੋਲਾਂ ਨੂੰ ਆਪਾਂ ਆਪਣੇ ਹਿਰਦੇ ਅੰਦਰ ਵਸਾਰ ਲਈਏ ਤਾਂ ਕਿ ਇਸ ਜਗ੍ਹਾ ਤੋਂ, ਇਸ ਅਸਥਾਨ ਤੋਂ ਬਾਹਰ ਜਾਂਦਿਆਂ ਵੀ, ਘਰ ਤੱਕ ਪਹੁੰਚਦਿਆਂ ਵੀ ਇਹ ਪਾਵਨ ਬੋਲ ਸਾਡੇ ਚਿੱਤ ਦੇ ਅੰਦਰ ਚੱਲਦੇ ਰਹਿਣ।